ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਸ੍ਰੀ ਭਗਤ ਕਬੀਰ ਜੀਓ ਕਾ ਅਚਰਜ ਏਕ ਸੁਨੋ ਰੇ ਪੰਡਿਆ, ਅਬ ਕੁਛ ਕਹਿਣ ਨ ਜਾਏ। ਸੁਨਰ ਗੁਣ ਗਦਰਭ ਜਿਨ ਮੋਹੇ, त्रिभुवन में खोली लाए। राजा राम अनहद किंगरी बाजे, जाकी दृष्टनाद रिव लागे रहाओ। पाठी गगन सिंघिया अर चुंगिया, कनक कलश एक पाया। तिसमें तार चुए अत निर्मल, रस में रसन चुआया। एक जो बात अनूप बनी है, पवन प्याला साज्या। तीन पवन में एको जोगी, कोय कवन है राजा। ऐसे ज्ञान प्रगट्या पुरखोत्तम, कौ कबीर रंग राता। और धुनी सब परम पलानी, मन नर राम रसायन माता। ऐसे ज्ञान प्रगट्या पुरखोत्तम, कौ कबीर रंग राता। और धुनी सब परम पलानी, मन राम रसायन माता। गुरु जी ਕਹਿੰਦੇ ਹਨ ਕਿ ਹੇ ਪੰਡਤ, ਉਸ ਅਚਰਜ ਪ੍ਰਭੂ ਦਾ ਇੱਕ ਕੌਤਕ ਸੁਣੋ ਜੋ ਮੇਰੇ ਨਾਲ ਵਰਤਿਆ ਹੈ ਅਤੇ ਜੋ ਮੈਂ ਇਸ ਵੇਲੇ ਕੁਝ ਵੀ ਨਹੀਂ ਕਹਿ ਸਕਦਾ। ਭਾਵ ਇਨ ਬਿਨ ਕਹੀ ਨਾ ਜਾ ਸਕੇ। ਉਸ ਪ੍ਰਭੂ ਨੇ ਸਾਰੇ ਸੰਸਾਰ ਨੂੰ ਮਾਇਆ ਦੀ ਤੜਾਗੀ ਪਾ ਕੇ ਦੇਵਤੇ, ਮਨੁੱਖ, ਗਣ ਅਤੇ ਗੰਧਰਵਾਂ ਨੂੰ ਮੋਹ ਲਿਆ ਹੋਇਆ ਹੈ। ਫਿਰ ਗੁਰੂ ਜੀ ਦੱਸਦੇ ਹਨ ਕਿ ਉਸ ਅਚਰਜ ਬਾਰੇ ਦੱਸਦੇ ਹੋਏ ਕਬੀਰ ਜੀ ਕਹਿੰਦੇ ਹਨ ਕਿ ਪਰਮਾਤਮਾ ਦੀ ਆਤਮਾ ਆਨੰਦ ਪ੍ਰਦਾਨ ਕਰਨ ਵਾਲੀ ਵੀਣਾ ਮੇਰੇ ਅੰਦਰ ਵੱਜਦੀ ਹੈ, ਜਿਸ ਦੀ ਕਿਰਪਾ ਦ੍ਰਿਸ਼ਟੀ ਨਾਲ ਸ਼ਬਦ ਦੀ ਧੁਨੀ ਵਿੱਚ ਲਿਵ ਲੱਗਦੀ ਹੈ, ਭਾਵ ਸੁਰਤ ਜੁੜਦੀ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਸ ਸ਼ਬਦ ਵਿੱਚ ਕਬੀਰ ਜੀ ਨੇ ਜੋਗੀ ਨੂੰ ਸਹੀ ਢੰਗ ਦੀ ਸ਼ਰਾਬ ਕੱਢਣ ਦੀ ਜੁਗਤ ਦੱਸਦਿਆਂ ਹੋਇਆਂ ਕਿਹਾ ਹੈ ਕਿ ਮੈਂ ਦਸਮ ਦੁਆਰ ਨੂੰ ਭੱਠੀ ਬਣਾ ਕੇ ਮੰਦੇ ਕੰਮਾਂ ਨੂੰ ਰੋਕਣ ਅਤੇ ਚੰਗੇ ਕਰਮਾਂ ਨੂੰ ਗ੍ਰਹਿਣ ਕਰਨ ਦੀਆਂ 2 ਨਾਲੀਆਂ ਲਗਾਈਆਂ ਹੋਈਆਂ ਹਨ ਅਤੇ ਸੋਨੇ ਵਰਗੇ ਸ਼ੁੱਧ ਅੰਤਕਰਣ ਦਾ ਘੜਾ ਬਣਾਇਆ ਹੈ। ਉਸ ਵਿੱਚ ਮਹਾਰਸ ਅੰਮ੍ਰਿਤ ਦੀ ਬਹੁਤ ਨਿਰਮਲ ਧਾਰ ਪੈ ਰਹੀ ਹੈ। ਸਾਰਿਆਂ ਰਸਾਂ ਵਿੱਚੋਂ ਉੱਤਮ ਇਹ ਰਸ ਚੋਇਆ ਜਾ ਸਕਦਾ ਹੈ। ਫਿਰ ਗੁਰੂ ਜੀ ਦੱਸਦੇ ਹਨ ਕਿ ਇੱਕ ਜੋ ਬੜੀ ਅਨੂਪ ਗੱਲ ਹੋਈ ਉਹ ਇਹ ਕਿ ਇਸ ਸ਼ਰਾਬ ਨੂੰ ਪੀਣ ਲਈ ਮੈਂ ਸਵਾਸਾਂ ਦਾ ਪਿਆਲਾ ਬਣਾਇਆ ਹੈ। ਫਿਰ ਗੁਰੂ ਜੀ ਦੱਸਦੇ ਹਨ ਕਿ 3 ਲੋਕਾਂ ਵਿੱਚ ਇੱਕ ਹੀ ਜੋਗੀ ਪਰਮਾਤਮਾ ਵਿਆਪਕ ਹੈ। ਹੇ ਪੰਡਤ, ਮੈਨੂੰ ਦੱਸ ਕਿ ਉਸ ਨਾਲੋਂ ਵੱਡਾ ਹੋਰ ਕਿਹੜਾ ਰਾਜਾ ਹੈ। ਫਿਰ ਗੁਰੂ ਜੀ ਦੱਸਦੇ ਹਨ ਕਿ ਕਬੀਰ ਜੀ ਕਹਿੰਦੇ ਹਨ ਕਿ ਉਸ ਸ੍ਰੇਸ਼ਟ ਪੁਰਸ਼ ਸੰਬੰਧੀ ਗਿਆਨ ਮੇਰੇ ਹਿਰਦੇ ਵਿੱਚ ਪ੍ਰਗਟ ਹੋ ਗਿਆ ਹੈ ਅਤੇ ਮੈਂ ਉਸ ਦੇ ਪ੍ਰੇਮ ਵਿੱਚ ਰਤਿਆ, ਭਾਵ ਰੰਗਿਆ ਗਿਆ ਹਾਂ। ਫਿਰ ਗੁਰੂ ਜੀ ਦੱਸਦੇ ਹਨ ਕਿ ਹੋਰ ਸਾਰਾ ਸੰਸਾਰ ਭਰਮ ਵਿੱਚ ਭੁੱਲਿਆ ਹੋਇਆ ਹੈ, ਪਰ ਮੇਰਾ ਮਨ ਉੱਪਰਦਸੀ ਬ੍ਰਹਮੀ, ਭਾਵ ਪ੍ਰਭੂ ਦੀ ਮਿਹਰ ਨਾਲ ਮੇਰਾ ਮਨ ਰਸਾਂ ਦੇ ਸੋਮੇ ਪ੍ਰਭੂ ਮੰਦਰਾਂ ਵਿੱਚ
ਮਸਤ ਹੋਇਆ ਹੈ। ਇਸ ਸ਼ਬਦ ਵਿੱਚ ਭਗਤ ਕਬੀਰ ਜੀ ਕਿਸੇ ਪੰਡਤ ਨਾਲ ਜੋ ਅਧਿਆਤਮਕ ਤੌਰ 'ਤੇ ਉੱਚ ਟੀਸੀ 'ਤੇ ਨਹੀਂ ਪਹੁੰਚਿਆ, ਅਧਿਆਤਮਕ ਵਾਰਤਾਲਾਪ ਕਰਦੇ ਹੋਏ ਆਪਣੇ ਤਜਰਬੇ ਵਿੱਚ ਆਈ ਕਿਸੇ ਅਚਰਜ ਗੱਲ ਦਾ ਵਰਣਨ ਕਰ ਰਹੇ ਹਨ। ਰਹਾਉ ਵਾਲੀਆਂ ਪੰਕਤੀਆਂ ਵਿੱਚ ਉਸ ਅਚਰਜ ਗੱਲ ਦਾ ਵਿਗਿਆਨਕ ਭੇਦ ਖੋਲ੍ਹਦੇ ਹਨ ਕਿ ਉਹ ਰਾਮ ਅਕਾਲ ਪੁਰਖ ਸਭ ਘਟਾਂ ਵਿੱਚ ਵਿਆਪਕ ਹੈ ਅਤੇ ਏਕ ਓਂਕਾਰ ਨਿਰੰਕਾਰ ਦੀ ਅਨਹਦ ਸ਼ਬਦ ਧੁਨੀ ਹਰ ਥਾਂ ਵੱਜ ਰਹੀ ਹੈ, ਪਰ ਉਸ ਦੇ ਦਰਸ਼ਨ ਦੀਦਾਰ ਬਾਹਰਲੀ ਦ੍ਰਿਸ਼ਟੀ ਨਾਲ ਨਹੀਂ ਹੁੰਦੇ। ਉਹ ਧੁਨੀ ਸੂਖਮ ਹੈ ਅਤੇ ਸੂਖਮ ਹੋਣ ਨਾਲ ਭਾਵ ਆਤਮ ਲਵਲੀਨਤਾ ਤੋਂ ਬਿਨਾਂ ਉਸ ਦੀ ਅਚਰਜਤਤਾ ਨੂੰ ਨਹੀਂ ਲਖਿਆ ਜਾ ਸਕਦਾ। ਫਿਰ ਦੂਜੇ ਸ਼ਬਦ ਦੇ ਦੂਜੇ ਪਦੇ ਵਿੱਚ ਅਚਰਜ ਗੱਲ ਨੂੰ ਰਸਮੇ ਰਸਨ ਚੁਆਇਆ ਦਾ ਰੂਪ ਦਿੱਤਾ ਹੈ। ਤੀਜੇ ਪਦੇ ਵਿੱਚ ਅਚਰਜ ਗੱਲ ਨੂੰ ਏਕ ਜੋ ਬਾਤ ਅਨੂਪ ਬਣੀ ਹੈ ਵਿੱਚ ਪਲਟਾ ਦਿੱਤਾ ਹੈ। ਚੌਥੇ ਵਿੱਚ ਉਸ ਅਚਰਜਤਾ ਨੂੰ ਰੰਗ ਰਾਤਾ ਅਤੇ ਰਸਾਇਣ ਮਾਤਾ ਵਿੱਚ ਪ੍ਰਤੀਪਾਦਨ ਕਰਕੇ ਉਸ ਅਚਰਜ ਗੱਲ ਨੂੰ ਗੂੰਗੇ ਦੀ ਮਠਿਆਈ ਵਾਂਗ ਅਚਰਜ ਹੀ ਰਹਿਣ ਦਿੱਤਾ ਹੈ। ਅਬ ਕੁਛ ਕਹਿਣ ਨਾ ਜਾਏ ਵਿੱਚ ਨਿਰਾ ਵਿਸਮਾਦ ਹੀ ਭਰਿਆ ਹੈ, ਕਿਉਂਕਿ ਬਿਸਮ 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 ਹੀ ਪਈ ਹੈ। ਲਾਲ ਗੁਲਾਲ ਰੰਗਾਰੇ ਪਾਂਡੇ ਦੀ ਕਰਮ ਕਿਰਿਆ ਕੁਝ ਹੋਰ ਹੈ, ਜੋ ਭਗਤ ਜੀਓ ਨੂੰ ਬਨਾਵਟੀ ਦਿਸਦੀ ਹੈ। ਆਪ ਗੁਪਤ ਰੂਪ ਵਿੱਚ ਆਤਮ ਮੰਡਲ ਦੇ ਇਸ਼ਾਰਿਆਂ ਦੁਆਰਾ ਪੰਡਤ ਨੂੰ ਸ਼ਰਾਬ ਭੰਗ ਆਦਿ ਸਭ ਨਸ਼ਿਆਂ ਤੋਂ ਵਰਜ ਰਹੇ ਹਨ ਅਤੇ ਨਾਮ ਰਸ ਦੀ ਮਸਤੀ ਨੂੰ ਨਿਰੂਪਣ ਕਰ ਰਹੇ ਹਨ। ਫਿਰ ਹਠ ਜੋਗੀਆਂ ਵਾਲੀ ਕਿੰਗਰੀ, ਜਿਸ ਨੂੰ ਵਜਾ ਕੇ ਪੰਡਤ ਸਮਾਧੀ ਵਿੱਚ ਸਥਿਤ ਹੋਣਾ ਪ੍ਰਵਾਨ ਕਰਦਾ ਹੈ, ਵਿੱਚੋਂ ਵੀ ਉਸਨੂੰ ਕੱਢ ਕੇ ਵਿਆਪਕ ਪ੍ਰਭੂ ਦੀ ਬਿਨਾਂ ਵਜਾਏ ਵੱਜ ਰਹੀ ਕਿੰਗਰੀ, ਜੋ ਦਿਨ ਰਾਤ ਲਗਾਤਾਰ ਹਰ ਸਮੇਂ ਆਪਣੀ ਵਿਸਮਾਦਕ ਧੁਨ ਛੇੜੀ ਰੱਖਦੀ ਹੈ, ਨਾਲ ਬਿਰਤੀ ਜੋੜਨਾ ਉੱਤਮ ਅਵਸਥਾ ਦੱਸਦੇ ਹਨ। ਦੂਜੇ ਪਦ ਵਿੱਚ ਪ੍ਰਾਪਤ ਹੋਏ ਅਚਰਜ ਰਸ ਨੂੰ ਲੁਕਾਉਣ ਦੀ ਥਾਂ ਸ਼ਰਾਬ ਜਾਂ ਅਰਕ ਕੱਢਣ ਵਾਲੀ ਸਮੱਗਰੀ ਨੂੰ ਮੁੱਖ ਰੱਖ ਕੇ ਆਤਮ ਰਸ ਨੂੰ ਰੂਪ ਅੱਖਰਾਂ ਵਿੱਚ ਬਿਆਨ ਕਰਦੇ ਹਨ। ਸਿੰਗੀਆਂ ਅਤੇ ਚੁੰਗੀਆਂ ਤੋਂ ਭਾਵ ਅਵਗੁਣ ਛੱਡ ਛਾੜ ਗੁਣਾਂ ਕੋ ਧਾਵੇ ਅਨੁਸਾਰ ਛੱਡਣ ਵਾਲੀਆਂ ਅਤੇ ਜਮ੍ਹਾਂ ਕਰਨ ਵਾਲੀਆਂ ਦੋ ਨਾਲੀਆਂ ਤੋਂ ਹੈ। ਸ਼ਰਾਬ ਇੱਕ ਝੂਠਾ ਮਦ ਹੈ, ਜਿਸ ਨਾਲ ਮਾਣ ਵੱਧਦਾ ਹੈ, ਆਪਣੇ ਆਪ ਦੀ ਵੀ ਸੋਝੀ ਨਹੀਂ ਰਹਿੰਦੀ, ਇਸ ਲਈ ਅੰਤਸ਼ਕਰਨ ਸ਼ੁੱਧ ਨਹੀਂ ਹੁੰਦਾ। ਭਗਤ ਜੀ ਸਾਨੂੰ ਸ਼ਰਾਬ ਦੇ ਫੋਕੇ ਰਸ ਦੀ ਥਾਂ ਪਵਨ ਪਿਆਲਾ ਬਣਾ ਕੇ ਅਨੂਪਮ ਰਸ ਨੂੰ ਮਾਨਣਾ ਦੱਸਦੇ ਹਨ। ਦੇਹੀ ਨਾਲ ਸਵਾਸ ਸਵਾਸ ਸਿਮਰਨ ਅਭਿਆਸ ਅਥਵਾ ਪ੍ਰੇਮਾ ਭਗਤੀ ਦਾ ਪਿਆਲਾ ਬਣਾ ਕੇ ਇਸ ਅੰਮ੍ਰਿਉ ਰਸ ਨੂੰ ਪੀਤਾ ਜਾ ਸਕਦਾ ਹੈ। ਇਸ ਅਗੰਮੀ ਰਸ ਦੀ ਮਸਤੀ ਉਸ ਉੱਤਮ ਪੁਰਖ, ਜਿਸ ਨੇ ਆਪਣੀ ਮਾਇਆ ਰਚ ਕੇ ਸੁਰ ਨਰ ਗਣ ਗੰਧਰਵ ਅਥਵਾ ਸਭ ਨੂੰ ਮੋਹ ਲਿਆ ਹੈ, ਦੇ ਪ੍ਰਤੱਖ ਰੂਪ ਦੀਦਾਰੇ ਬਖਸ਼ਦੀ ਹੈ। ਇਸ ਦਾ ਵਰਣਨ ਉਹੀ ਕਰ ਸਕਦਾ ਹੈ ਜਿਸ ਨੇ ਦੇਖਿਆ ਹੈ, ਮਾਣਿਆ ਹੈ। ਭਗਤ ਜੀ ਦੇ ਸਾਰੇ ਸ਼ਬਦ ਦਾ ਸਿਧਾਂਤ ਸਭ ਰਸਾਂ ਨਾਲੋਂ ਰਾਮ ਰਸਾਇਣ ਨੂੰ ਪੂਰਨ
ਆਨੰਦਮਈ ਦੱਸਣਾ ਹੈ, ਜਿਸ ਨੂੰ ਕਿ ਦੇਵਤੇ ਅਤੇ ਮੁਨੀ ਲੋਕ ਵੀ ਲੋਚਦੇ ਤਰਸਦੇ ਰਹਿੰਦੇ ਹਨ। ਬਾਕੀ ਨਸ਼ਿਆਂ ਦਾ ਅਮਲ ਉਤਰ ਜਾਂਦਾ ਹੈ, ਪਰ ਇਸ ਨਾਮ ਰਸ ਦਾ ਨਸ਼ਾ ਅਜਿਹਾ ਹੈ ਕਿ ਜਿਹੜਾ ਕਿ ਕਦੇ ਵੀ ਨਹੀਂ ਉਤਰਦਾ। ਅੱਠੇ ਪੈਰ ਭਾਵ ਦਿਨ ਰਾਤ ਚੜ੍ਹਿਆ ਰਹਿੰਦਾ ਹੈ। ਭਗਤ ਜੀ ਨੇ ਇਸ ਬਾਰੇ ਸਪਸ਼ਟ ਕਰ ਦਿੱਤਾ ਹੈ ਕਿ ਗੁਰਮਤਿ ਵਿੱਚ ਨਾਮ ਦੇ ਨਸ਼ੇ ਤੋਂ ਸਿਵਾਏ ਬਾਕੀ ਸਭ ਪ੍ਰਕਾਰ ਦੇ ਨਸ਼ਿਆਂ ਦਾ ਨਿਖੇਧ ਕੀਤਾ ਹੈ, ਕਿਉਂਕਿ ਪਰਮਾਰਥਮਕ ਮਾਰਗ ਵਿੱਚ ਇਹ ਰੁਕਾਵਟ ਪੈਦਾ ਕਰਦੇ ਹਨ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।